ਪਿਆਰੇ ਦਰਸ਼ਕੋ, ਪ੍ਰਭੂ ਯਿਸੂ ਜੀ ਦੇ ਮਿੱਠੇ ਅਤੇ ਜਲਾਲੀ ਨਾਮ ਦੇ ਵਿੱਚ ਤੁਹਾਨੂੰ ਸਭਨਾਂ ਨੂੰ ਜੀ ਆਇਆਂ ਨੂੰ। ਤੁਸੀਂ ਵੇਖ ਰਹੇ ਹੋ ਆਪਣਾ ਪਸੰਦੀਦਾ ਪ੍ਰੋਗਰਾਮ ਦਿਸ਼ਾ ਪਰਿਵਰਤਨ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਮਰੀਅਮ ਮਗਦਲੀਨੀ ਦੇ ਬਾਰੇ ਗੱਲਬਾਤ ਕਰ ਰਹੇ ਸੀ। ਅਸੀਂ ਜਾਣਿਆ ਕਿ ਪ੍ਰਭੂ ਯਿਸੂ ਜੀ ਨੂੰ ਮਿਲਣ ਤੋਂ ਪਹਿਲਾਂ ਉਹਦੇ ਹਾਲਾਤ ਕਿਵੇਂ ਦੇ ਸੀ। ਅਸੀਂ ਜਾਣਿਆ ਕਿ ਉਹ ਭੂਤਾਂ ਦੀ ਜਕੜੀ ਹੋਈ ਸੀ ਅਤੇ ਪ੍ਰਭੂ ਯਿਸੂ ਜੀ ਨੇ ਉਸ ਨੂੰ ਆਜ਼ਾਦ ਕਰਵਾਇਆ ਸੀ। ਅਸੀਂ ਇਹ ਵੀ ਜਾਣਿਆ ਕਿ ਉਹ ਪ੍ਰਭੂ ਯਿਸੂ ਜੀ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਸ ਦੇ ਜੀਵਨ ਦੇ ਹਾਲਾਤਾਂ ਵਿੱਚ ਕੀ ਬਦਲਾਵ ਆਇਆ। ਅਸੀਂ ਉਸ ਦੀ ਸੇਵਾ ਬਾਰੇ ਜਾਣਿਆ। ਦੋਸਤੋ, ਅੱਜ ਅਸੀਂ ਬਾਈਬਲ ਬਾਣੀ ਦੇ ਵਿੱਚੋਂ ਮਰਕੁਸ ਦੀ ਅੰਜੀਲ ਦੇ 4 ਅਧਿਆਏ ਦੀ 35 ਆਇਤ ਤੋਂ ਲੈ ਕੇ 41 ਆਇਤ ਤੱਕ ਦੇ ਵਚਨਾਂ ਦੇ ਉੱਤੇ ਗੌਰ ਕਰਾਂਗੇ। ਸਾਡਾ ਅੱਜ ਦਾ ਵਿਸ਼ਾ ਹੈ ਯਿਸੂ ਅਤੇ ਜੀਵਨ ਦੇ ਤੂਫਾਨ। ਇਸ ਵਿਸ਼ੇ ਦੇ ਅਧੀਨ ਅਸੀਂ ਜਿਹੜੀਆਂ ਗੱਲਾਂ ਦੇ ਉੱਤੇ ਦੇਖਾਂਗੇ, ਜਿਹੜੀ ਗੱਲਾਂ ਦੇ ਉੱਤੇ ਅਸੀਂ ਧਿਆਨ ਦੇਵਾਂਗੇ, ਉਹ ਹਨ: ਨੰਬਰ 1, ਸਾਡੀ ਜ਼ਿੰਦਗੀਆਂ ਦੇ ਵਿੱਚ ਤੂਫਾਨ ਦੀਆਂ ਸੰਭਾਵਨਾਵਾਂ। ਨੰਬਰ 2, ਸਾਡੀ ਜ਼ਿੰਦਗੀਆਂ ਦੇ ਵਿੱਚ ਤੂਫਾਨਾਂ ਦਾ ਵਿਰੋਧਾਭਾਸ। ਨੰਬਰ 3, ਸਾਡੀ ਜ਼ਿੰਦਗੀਆਂ ਦੇ ਵਿੱਚ ਤੂਫਾਨਾਂ ਦੀ ਮੌਜੂਦਗੀ। ਨੰਬਰ 4, ਸਾਡੀਆਂ ਜ਼ਿੰਦਗੀਆਂ ਦੇ ਵਿੱਚ ਤੂਫਾਨਾਂ ਦੀ ਸ਼ਾਂਤੀ। ਨੰਬਰ 5, ਸਾਡੀਆਂ ਜ਼ਿੰਦਗੀਆਂ ਦੇ ਵਿੱਚ ਤੂਫਾਨਾਂ ਦਾ ਵਾਅਦਾ। ਨੰਬਰ 6, ਸਾਡੀਆਂ ਜ਼ਿੰਦਗੀਆਂ ਦੇ ਵਿੱਚ ਤੂਫਾਨਾਂ ਦਾ ਮਕਸਦ। ਨੰਬਰ 7, ਸਾਡੀ ਜ਼ਿੰਦਗੀਆਂ ਦੇ ਵਿੱਚ ਤੂਫਾਨਾਂ ਦਾ ਫਲ। ਦੋਸਤੋ, ਸਮੇਂ ਨੂੰ ਬਹੁਮੁੱਲ ਜਾਣਦੇ ਹੋਏ ਆਓ ਆਪਣੇ ਅਧਿਐਨ ਨੂੰ ਛੇਤੀ ਦੇ ਨਾਲ ਸ਼ੁਰੂ ਕਰਦੇ ਹਾਂ। ਅੱਜ ਦੇ ਦਿਸ਼ਾ ਪਰਿਵਰਤਨ ਪ੍ਰੋਗਰਾਮ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਦੇ ਵਚਨ ਦੀ ਰੂਪਰੇਖਾ ਇਸ ਪ੍ਰਕਾਰ ਹੈ: ਯਿਸੂ ਅਤੇ ਜ਼ਿੰਦਗੀ ਦੇ ਤੂਫਾਨ। ਮਰਕਸ 4 ਅਧਿਆਏ 35 ਵਚਨ ਤੋਂ ਲੈ ਕੇ 41 ਵਚਨ ਤੱਕ। ਨੰਬਰ 1, ਸਾਡੀਆਂ ਜ਼ਿੰਦਗੀਆਂ ਵਿੱਚ ਤੂਫਾਨਾਂ ਦੀਆਂ ਸੰਭਾਵਨਾਵਾਂ। ਨੰਬਰ 2, ਸਾਡੀਆਂ ਜ਼ਿੰਦਗੀਆਂ ਵਿੱਚ ਤੂਫਾਨਾਂ ਦਾ ਵਿਰੋਧਾਭਾਸ। ਨੰਬਰ 3, ਸਾਡੀਆਂ ਜ਼ਿੰਦਗੀਆਂ ਵਿੱਚ ਤੂਫਾਨਾਂ ਦੀ ਮੌਜੂਦਗੀ। ਨੰਬਰ 4, ਸਾਡੀਆਂ ਜ਼ਿੰਦਗੀਆਂ ਵਿੱਚ ਤੂਫਾਨਾਂ ਵਿੱਚ ਸ਼ਾਂਤੀ। ਨੰਬਰ 5, ਸਾਡੀਆਂ ਜ਼ਿੰਦਗੀਆਂ ਵਿੱਚ ਤੂਫਾਨਾਂ ਦਾ ਵਾਅਦਾ। ਨੰਬਰ 6, ਸਾਡੀਆਂ ਜ਼ਿੰਦਗੀਆਂ ਵਿੱਚ ਤੂਫਾਨਾਂ ਦਾ ਮਕਸਦ। ਨੰਬਰ 7, ਸਾਡੀਆਂ ਜ਼ਿੰਦਗੀਆਂ ਵਿੱਚ ਤੂਫਾਨਾਂ ਦਾ ਫਲ। ਅੱਜ ਅਸੀਂ ਆਪਣਾ ਧਿਆਨ ਮਰਕਸ ਦੀ ਅੰਜੀਲ 4 ਅਧਿਆਏ 35 ਵਚਨ ਤੋਂ ਲੈ ਕੇ 41 ਵਚਨ ਤੇ ਕੇਂਦਰਿਤ ਕਰਾਂਗੇ। ਅਸੀਂ ਯਿਸੂ ਦੀ ਜ਼ਿੰਦਗੀ ਬਾਰੇ ਅਧਿਐਨ ਕਰਦੇ ਆ ਰਹੇ ਹਾਂ ਅਤੇ ਅਸੀਂ ਸਿੱਖ ਰਹੇ ਹਾਂ ਕਿ ਯਿਸੂ ਸਾਡੇ ਨਾਲ ਹਰ ਸਥਿਤੀ ਵਿੱਚ ਗੱਲ ਕਰਦਾ ਹੈ। ਉਹ ਸਾਡੇ ਨਾਲ ਬਹਾਦਰ ਬਣਨ ਬਾਰੇ ਗੱਲ ਕਰਦਾ ਹੈ। ਉਹ ਸਾਡੇ ਨਾਲ ਦਲੇਰ ਬਣਨ ਬਾਰੇ ਗੱਲ ਕਰਦਾ ਹੈ। ਉਹ ਸਾਡੇ ਨਾਲ ਪਿਆਰ ਬਾਰੇ ਗੱਲਬਾਤ ਕਰਦਾ ਹੈ, ਪਰ ਉਹ ਉਹਨਾਂ ਮੁਸ਼ਕਲਾਂ ਗੱਲਾਂ ਬਾਰੇ ਵੀ ਗੱਲ ਕਰਨੀ ਨਹੀਂ ਭੁੱਲਦਾ ਹੈ ਜਿਨ੍ਹਾਂ ਤੋਂ ਸਾਨੂੰ ਜਾਣੂ ਹੋਣ ਦੀ ਲੋੜ ਹੈ। ਅਤੇ ਆਪਣੇ ਵਚਨ ਅਤੇ ਆਪਣੇ ਕੰਮਾਂ ਰਾਹੀਂ ਉਹ ਸਾਨੂੰ ਸਿਖਾਉਂਦਾ ਹੈ ਕਿ ਉਹਨਾਂ ਚੁਣੌਤੀਆਂ ਦਾ ਜਿਨ੍ਹਾਂ ਦਾ ਅਸੀਂ ਸਾਹਮਣਾ ਕਰਦੇ ਹਾਂ, ਨਜਿੱਠਣ ਲਈ ਸਾਨੂੰ ਕੀ ਜਾਣਨ ਦੀ ਲੋੜ ਹੈ। ਬਰਮੁਡਾ ਦੇ ਦੱਖਣ ਵੱਲ 50 ਮੀਲ ਤੇ ਇੱਕ ਤੂਫਾਨ ਉੱਠਿਆ। 100 ਮੀਲ ਤੱਕ ਹਵਾ ਬੰਦ ਹੋ ਗਈ ਅਤੇ ਅਟਲਾਂਟਿਕ ਮਹਾਸਾਗਰ ਵਿੱਚ 39 ਫੁੱਟ ਉੱਚੀਆਂ ਲਹਿਰਾਂ ਉੱਠੀਆਂ। ਤੂਫਾਨ ਨੇ ਸੰਯੁਕਤ ਅਮਰੀਕਾ ਪੱਛਮ ਵਾਲੇ ਪਾਸੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਅਤੇ $1 ਅਰਬ ਦੇ ਕਰੀਬ ਨੁਕਸਾਨ ਹੋਇਆ ਅਤੇ ਘੱਟੋ ਘੱਟ 9 ਮੌਤਾਂ ਹੋ ਗਈਆਂ। ਇਹਨਾਂ ਵਿੱਚੋਂ 6 ਲੋਕ ਜਿਹੜੇ ਮਰੇ ਸਨ, ਐਂਡਰੀਆ ਗੇਲ ਸਮੁੰਦਰੀ ਜਹਾਜ਼ ਵਿੱਚ ਸਵਾਰ ਸਨ। ਸਵੋਰਡਫਿਸ਼ ਜਹਾਜ਼ ਜਿਹੜਾ ਉੱਚੀਆਂ ਲਹਿਰਾਂ ਵਿੱਚ ਡੁੱਬ ਗਿਆ ਸੀ। ਇਹ ਸਮੁੰਦਰੀ ਜਹਾਜ਼ ਇੱਕ ਕਿਤਾਬ ਦਾ ਕੇਂਦਰ ਸਥਾਨ ਬਣ ਗਿਆ ਅਤੇ ਇਹ ਤੂਫਾਨ ਸੰਪੂਰਨ ਤੂਫਾਨ ਵਜੋਂ ਜਾਣਿਆ ਜਾਣ ਲੱਗਾ। ਸੰਪੂਰਨ ਤੂਫਾਨ ਕਿੰਨਾ ਦਿਲਚਸਪ ਸ਼ਬਦ ਹੈ। ਇਸ ਦਾ ਕੀ ਮਤਲਬ ਹੈ? ਖੈਰ, ਸੰਪੂਰਨ ਤੂਫਾਨ ਉਹ ਤੂਫਾਨ ਹੈ ਜੋ ਬਹੁਤ ਸਾਰੇ ਤੱਤਾਂ ਦਾ ਬਣਿਆ ਹੁੰਦਾ ਹੈ, ਜੋ ਸਭ ਇਕੱਠੇ ਮਿਲ ਕੇ ਤਬਾਹੀ ਵਾਂਗ ਆਉਂਦੇ ਹਨ। ਅਤੇ ਇੱਕ ਅਜਿਹਾ ਤੂਫਾਨ ਆਉਂਦਾ ਹੈ ਜਿਸ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਉਸ ਖਾਸ ਦਿਨ ਸਾਰੇ ਤੱਤ ਇਕੱਠੇ ਮਿਲ ਗਏ ਅਤੇ ਅਜਿਹਾ ਸੰਪੂਰਨ ਤੂਫਾਨ ਆਇਆ ਜਿਸ ਦਾ ਸੰਭਵਤಃ ਕੋਈ ਵੀ ਸਾਹਮਣਾ ਨਹੀਂ ਕਰ ਪਾਇਆ। ਖੈਰ, ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਨਹੀਂ ਜਾਣਦੇ ਕਿ ਸਾਡੀਆਂ ਜ਼ਿੰਦਗੀਆਂ ਵਿੱਚ ਅਸੀਂ ਨਿੱਜੀ ਤੌਰ ਤੇ ਕਈ ਮੌਕੇ ਸੰਪੂਰਨ ਤੂਫਾਨ ਦਾ ਅਨੁਭਵ ਕਰਦੇ ਹਾਂ। ਇੱਕ ਸੰਪੂਰਨ ਤੂਫਾਨ ਬਹੁਤ ਸਾਰੀਆਂ ਚੀਜ਼ਾਂ ਨੂੰ ਮਿਲ ਕੇ ਬਣਦਾ ਹੈ ਅਤੇ ਇਹ ਸਭ ਗੱਲਾਂ ਇੱਕੋ ਹੀ ਸਮੇਂ ਤੇ ਵਰਤਦੀਆਂ ਹਨ, ਜਿਨ੍ਹਾਂ ਦਾ ਸਾਹਮਣਾ ਕਰਨਾ ਸਾਡੇ ਲਈ ਮੁਸ਼ਕਿਲ ਹੋ ਜਾਂਦਾ ਹੈ। ਕਈ ਵਾਰ ਆਰਥਿਕ ਤੰਗੀ ਦੀ ਹਨੇਰੀ ਵਗਦੀ ਹੈ, ਕਈ ਵਾਰ ਰਿਸ਼ਤਿਆਂ ਨਾਲ ਸੰਬੰਧਿਤ ਹਨੇਰੀਆਂ ਵਗਦੀਆਂ ਹਨ,
ਕਈ ਵਾਰ ਸਾਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਸਾਡੇ ਅਹੁਦੇ ਜਾਂ ਪੇਸ਼ੇ ਨਾਲ ਸੰਬੰਧਿਤ ਅਤੇ ਜਜ਼ਬਾਤਾਂ ਨਾਲ ਸੰਬੰਧਿਤ ਤੂਫਾਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਤਾਂ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਹਨ ਜੋ ਸਾਡੀ ਸਮਝ ਵਿੱਚ ਵੀ ਨਹੀਂ ਆਉਂਦੀਆਂ। ਜਦੋਂ 4 ਜਾਂ 5 ਗੱਲਾਂ ਇਕੱਠੀਆਂ ਹੋਣੀਆਂ ਸ਼ੁਰੂ ਹੁੰਦੀਆਂ ਹਨ ਤਾਂ ਸਾਨੂੰ ਜ਼ਿੰਦਗੀ ਜਿਉਣੀ ਵੀ ਔਖੀ ਲੱਗਦੀ ਹੈ। ਸਾਨੂੰ ਪਤਾ ਨਹੀਂ ਲੱਗਦਾ ਕੀ ਕਰੀਏ। ਸਾਨੂੰ ਇਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਜਿਵੇਂ ਕਿ ਅਸੀਂ ਡੁੱਬ ਰਹੇ ਹਾਂ, ਜਿਵੇਂ ਅਸੀਂ ਆਖਰੀ ਵਾਰ ਡੁੱਬ ਰਹੇ ਹਾਂ। ਅਸੀਂ ਕੀ ਕਰਦੇ ਹਾਂ ਜਦੋਂ ਸੰਪੂਰਨ ਤੂਫਾਨ ਸਾਡੀ ਜ਼ਿੰਦਗੀ ਵਿੱਚ ਆਉਂਦਾ ਹੈ? ਅਸੀਂ ਕਿਵੇਂ ਸਾਹਮਣਾ ਕਰਦੇ ਹਾਂ ਜਦੋਂ ਸਾਡੀਆਂ ਜ਼ਿੰਦਗੀਆਂ ਖਿਲਾਫ ਬੁਰੀ ਕਿਸਮਤ ਦੀਆਂ ਹਨੇਰੀਆਂ ਜਾਂ ਤੂਫਾਨ ਆਉਂਦੇ ਹਨ? ਇੱਥੇ ਯਿਸੂ ਦੀ ਜ਼ਿੰਦਗੀ ਵਿੱਚੋਂ ਇੱਕ ਸੰਪੂਰਨ ਤੂਫਾਨ ਦਾ ਅਨੁਭਵ ਹੈ ਜੋ ਸਾਨੂੰ ਸਾਡੀਆਂ ਜ਼ਿੰਦਗੀਆਂ ਵਿੱਚ ਆਉਣ ਵਾਲੇ ਤੂਫਾਨ ਨਾਲ ਨਜਿੱਠਣ ਵਿੱਚ ਸਾਡੀ ਮਦਦ ਕਰੇਗਾ। ਨੰਬਰ 1, ਸਾਡੀਆਂ ਜ਼ਿੰਦਗੀਆਂ 'ਚ ਤੂਫਾਨਾਂ ਦੀਆਂ ਭਾਵਨਾਵਾਂ। ਸਾਡੇ ਅੱਜ ਦੇ ਸੰਦੇਸ਼ ਦਾ ਸਿਰਲੇਖ ਹੈ ਯਿਸੂ ਅਤੇ ਜ਼ਿੰਦਗੀ ਦੇ ਤੂਫਾਨ। ਇਸ ਬਾਰੇ ਮਰਕਸ ਦੀ ਅੰਜੀਲ ਦੇ 4ਥੇ ਅਧਿਆਇ ਵਿੱਚ ਲਿਖਿਆ ਹੋਇਆ ਹੈ ਅਤੇ ਅੱਜ ਅਸੀਂ ਇਸ ਵਿਚਾਰ ਨਾਲ ਸਿੱਖਣਾ ਸ਼ੁਰੂ ਕਰਾਂਗੇ ਅਤੇ ਉਹ ਵਿਚਾਰ ਹੈ ਸਾਡੀਆਂ ਜ਼ਿੰਦਗੀਆਂ ਵਿੱਚ ਤੂਫਾਨਾਂ ਦੀਆਂ ਸੰਭਾਵਨਾਵਾਂ। ਸਾਡੀਆਂ ਜ਼ਿੰਦਗੀਆਂ ਵਿੱਚ ਤੂਫਾਨਾਂ ਦੀਆਂ ਸੰਭਾਵਨਾਵਾਂ। ਮਰਕਸ 4 ਅਧਿਆਇ 35 ਵਚਨ ਤੋਂ ਲੈ ਕੇ 37 ਵਚਨ ਤੱਕ। ਉਸੇ ਦਿਨ ਜਦ ਸਾਂਝ ਹੋਈ ਤਾਂ ਉਸਨੇ ਉਹਨਾਂ ਨੂੰ ਕਿਹਾ, ਅਸੀਂ ਪਾਰ ਚਲੀਏ। ਔਰ ਉਹ ਭੀੜ ਨੂੰ ਛੱਡ ਕੇ ਜੇਕਰ ਉਹ ਬੇੜੀ ਉੱਤੇ ਸੀ ਤੇਹਾ ਹੀ ਉਹਨੂੰ ਲੈ ਚੱਲੇ ਅਤੇ ਹੋਰ ਬੇੜੀਆਂ ਵੀ ਉਹਦੇ ਨਾਲ ਸਨ। ਤਦ ਵੱਡੀ ਹਨੇਰੀ ਵਗੀ ਅਤੇ ਲਹਿਰਾਂ ਬੇੜੀ ਪੁਰ ਇੱਥੋਂ ਤਿੱਕਰ ਲੱਗ ਗਈਆਂ ਜੋ ਬੇੜੀ ਪਾਣੀ ਨਾਲ ਭਰ ਚੱਲੀ ਸੀ। ਮਰਕਸ ਦੁਆਰਾ ਲਿਖੀ ਕਹਾਣੀ ਮੁਤਾਬਕ ਅਤੇ ਮੱਤੀ ਅਤੇ ਲੂਕਾ ਮੁਤਾਬਕ ਵੀ ਕੀ ਹੋਇਆ ਸੀ ਕਿ ਯਿਸੂ ਗਲੀਲ ਦੀ ਝੀਲ ਦੇ ਇੱਕ ਪਾਸੇ ਕਫਰਨਹੂਮ ਵਿੱਚ ਸਿੱਖਿਆ ਦੇ ਰਿਹਾ ਸੀ ਅਤੇ ਹੁਣ ਉਸ ਦੇ ਭੀੜ ਤੋਂ ਵਿਦਿਆ ਹੋਣ ਦਾ ਸਮਾਂ ਸੀ ਅਤੇ ਉਹ ਝੀਲ ਦੇ ਪੱਛਮੀ ਕੰਢੇ ਵੱਲ ਜਾਣ ਦੀ ਤਿਆਰੀ ਕਰ ਰਹੇ ਸਨ। ਦੂਜੇ ਪਾਸੇ ਜਾਣ ਦਾ ਵਿਚਾਰ ਯਿਸੂ ਦਾ ਸੀ ਅਤੇ ਮੂਲ ਵਚਨ ਕਹਿੰਦਾ ਹੈ ਜੇਕਰ ਉਹ ਬੇੜੀ ਉੱਤੇ ਸੀ ਤੇਹਾ ਹੀ ਉਹਨੂੰ ਲੈ ਚੱਲੇ। ਇਹ ਛੋਟੀ ਸਮੁੰਦਰੀ ਬੇੜੀ ਉਸ ਦਿਨ ਕਾਫੀ ਦੂਰ ਚਲੀ ਗਈ ਸੀ ਜੋ ਕਿ ਮੈਂ ਵਿਸ਼ਵਾਸ ਕਰਦਾ ਹਾਂ ਕਿ ਇੱਕ ਦਿਨ ਦਾ ਅੰਤ ਸੀ ਜਦੋਂ ਭਿਆਨਕ ਤੂਫਾਨ ਆਇਆ। ਜੇ ਤੁਸੀਂ ਚਾਹੋ ਤਾਂ ਇਸ ਨੂੰ ਸੰਪੂਰਨ ਤੂਫਾਨ ਵੀ ਕਹਿ ਸਕਦੇ ਹੋ। ਜਿਨ੍ਹਾਂ ਨੇ ਉਹਨਾਂ ਝੀਲਾਂ ਤੇ ਸਮਾਂ ਗੁਜ਼ਾਰਿਆ ਹੈ ਜੋ ਪਹਾੜਾਂ ਦੇ ਇਰਦ ਗਿਰਦ ਹੁੰਦੀਆਂ ਹਨ ਉਸ ਗਤੀ ਦੀ ਗਵਾਹੀ ਦੇ ਸਕਦੇ ਹਨ ਜਿਸ ਨਾਲ ਤੂਫਾਨ ਆਉਂਦਾ ਹੈ। ਪਹਾੜਾਂ ਤੋਂ ਆਉਂਦੀਆਂ ਸਰਦ ਹਵਾਵਾਂ ਝੀਲ ਜਾਂ ਸਮੁੰਦਰ ਦੀਆਂ ਗਰਮ ਹਵਾਵਾਂ ਨਾਲ ਟਕਰਾਉਂਦੀਆਂ ਹਨ ਅਤੇ ਅਚਾਨਕ ਤੂਫਾਨ ਆ ਜਾਂਦਾ ਹੈ। ਗਲੀਲ ਦੀ ਝੀਲ ਵਿੱਚ ਇਹੋ ਜਿਹੇ ਅਚਾਨਕ ਤੂਫਾਨ ਆਉਂਦੇ ਰਹਿੰਦੇ ਹਨ ਅਤੇ ਇਹ ਤੂਫਾਨ ਇੰਨਾ ਤੇਜ਼ ਅਤੇ ਭਿਆਨਕ ਸੀ ਕਿ ਲਿਖਤ ਮੁਤਾਬਕ ਲਹਿਰਾਂ ਬੇੜੀ ਤੀਕਰ ਆ ਪੁੱਜੀਆਂ ਅਤੇ ਪਵਿੱਤਰ ਵਚਨ ਕਹਿੰਦਾ ਹੈ ਕਿ ਬੇੜੀ ਪਾਣੀ ਨਾਲ ਭਰ ਚੱਲੀ ਸੀ। ਹੁਣ ਇੱਕ ਸਧਾਰਨ ਜਾਂ ਆਮ ਤੂਫਾਨ ਨਹੀਂ ਸੀ ਹੋ ਸਕਦਾ ਕਿਉਂਕਿ ਇਹ ਤੱਕੜੇ ਮਛੇਰੇ ਜਿਹੜੇ ਉਸ ਦਿਨ ਯਿਸੂ ਦੇ ਨਾਲ ਸਨ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੇ ਤੂਫਾਨਾਂ ਨਾਲ ਨਜਿੱਠ ਚੁੱਕੇ ਸਨ ਅਤੇ ਜੇ ਇਹ ਇੱਕ ਆਮ ਤੂਫਾਨ ਹੁੰਦਾ ਜਿਸ ਬਾਰੇ ਅਸੀਂ ਅੱਗੇ ਪੜ੍ਹਨ ਜਾ ਰਹੇ ਹਾਂ ਤਾਂ ਇਸ ਕਾਰਨ ਇੰਨੀ ਅਫਰਾ ਤਫਰੀ ਨਾ ਮਚਦੀ। ਉਹ ਗਲੀਲ ਦੀ ਝੀਲ ਦੇ ਮਿਜਾਜ਼ ਤੋਂ ਚੰਗੀ ਤਰ੍ਹਾਂ ਵਾਕਿਫ ਸਨ ਅਤੇ ਜੇ ਇਹ ਇੱਕ ਆਮ ਤੂਫਾਨ ਹੁੰਦਾ, ਜੇ ਇਹ ਇੱਕ ਸੰਪੂਰਨ ਤੂਫਾਨ ਨਾ ਹੁੰਦਾ ਤਾਂ ਇਹ ਮਨੁੱਖਾਂ ਇਹੋ ਜਿਹੀਆਂ ਨਿਰਾਸ਼ਾ ਵਿੱਚ ਨਾ ਹੁੰਦੇ। ਹੁਣ ਜਦੋਂ ਅਸੀਂ ਉਸ ਬਾਰੇ ਸੋਚਦੇ ਹਾਂ ਅਤੇ ਇੱਕ ਪਲ ਲਈ ਸਾਡੀਆਂ ਆਪਣੀਆਂ ਜ਼ਿੰਦਗੀਆਂ ਬਾਰੇ ਸੋਚਦੇ ਹਾਂ, ਆਓ ਰੁਕੀਏ ਅਤੇ ਚੇਤੇ ਕਰੀਏ ਬਾਈਬਲ ਵਿੱਚ ਸਾਡੇ ਲਈ ਵੱਡੇ ਵੱਡੇ ਤੂਫਾਨਾਂ ਦੀਆਂ ਚੇਤਾਵਨੀਆਂ ਹਨ। ਵਿਸ਼ਵਾਸੀਆਂ ਨੂੰ ਇਹ ਕਦੇ ਵੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿ ਕਿਉਂਕਿ ਉਹ ਮਸੀਹੀ ਹਨ ਇਸ ਲਈ ਉਹ ਇਹਨਾਂ ਤੂਫਾਨਾਂ ਤੋਂ ਸੁਰੱਖਿਅਤ ਹਨ। ਯਿਸੂ ਪਿੱਛੇ ਚੱਲਣ ਦਾ ਇਹ ਮਤਲਬ ਨਹੀਂ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਇਹ ਤੂਫਾਨ ਕਦੀ ਨਹੀਂ ਆਉਣਗੇ। ਸਗੋਂ ਜਦੋਂ ਅਸੀਂ ਉਸ ਦੇ ਕਰੀਬ ਹੁੰਦੇ ਹਾਂ, ਜਦੋਂ ਸਾਨੂੰ ਪ੍ਰਭੂ ਤੋਂ ਜੁਦਾ ਕਰਨ ਲਈ ਸਾਡੀਆਂ ਜ਼ਿੰਦਗੀਆਂ ਵਿੱਚੋਂ ਕੋਈ ਪਾਪ ਜਾਂ ਸ਼ੱਕ ਵੀ ਨਹੀਂ ਹੁੰਦਾ, ਤਦ ਵੀ ਇਹ ਤੂਫਾਨ ਆ ਕੇ ਸਾਨੂੰ ਘੇਰਾ ਪਾ ਸਕਦੇ ਹਨ। ਅਤੇ ਮੇਰੇ ਲਈ ਹੈਰਾਨੀ ਦੀ ਗੱਲ ਹੈ ਕਿ ਜਦੋਂ ਅਕਸਰ ਮਸੀਹਾਂ ਨਾਲ ਇਹ ਹੁੰਦਾ ਹੈ ਤਾਂ ਉਹ ਹੱਕੇ ਬੱਕੇ ਰਹਿ ਜਾਂਦੇ ਹਨ ਅਤੇ ਹੈਰਾਨ ਹੁੰਦੇ ਹਨ। ਅਕਸਰ ਸਵਾਲ ਜਿਹੜਾ ਅਸੀਂ ਪੁੱਛਦੇ ਹਾਂ ਉਹ ਇਹ ਹੈ ਕਿ ਖੈਰ ਮੈਂ ਪ੍ਰਭੂ ਨੂੰ ਕਬੂਲ ਕੀਤਾ ਹੈ ਅਤੇ ਮੈਂ ਪ੍ਰਭੂ ਦੇ ਪਿੱਛੇ ਚੱਲਦਾ ਹਾਂ, ਮੇਰੇ ਨਾਲ ਇਹ ਕਿਉਂ ਹੋ ਰਿਹਾ ਹੈ? ਪਰਮੇਸ਼ਰ ਮੇਰੀ ਜ਼ਿੰਦਗੀ ਵਿੱਚ ਇਹ ਕਿਉਂ ਹੋਣ ਦੇ ਰਿਹਾ ਹੈ? ਖੈਰ ਤੁਸੀਂ ਵੇਖੋ, ਜੇ ਤੁਸੀਂ ਤੂਫਾਨ ਵਿੱਚ ਇਸ ਕਿਤਾਬ ਨੂੰ ਨਾਲ ਲਵੋ ਤਾਂ ਜੋ ਹੋਣ ਜਾ ਰਿਹਾ ਹੈ ਤੁਸੀਂ ਉਸ ਬਾਰੇ ਬਿਹਤਰ ਤਿਆਰ ਹੋਵੋਗੇ। ਪਹਿਲਾ ਪਤਰਸ 4 ਦੇ 12 ਤੇ 13 ਵਿੱਚ ਸਾਡੀ ਮਦਦ ਲਈ ਇੱਕ ਅਦਭੁਤ ਸ਼ਬਦ ਲਿਖਿਆ ਹੈ। ਉਸ ਨੇ ਇਹ ਕਿਹਾ ਹੈ, ਹੇ ਪਿਆਰਿਓ, ਜਿਹੜੀ ਬਿਪਤਾ ਦਾ ਲਾਂਬੂ ਤੁਹਾਨੂੰ ਪਰਖਣ ਲਈ ਤੁਹਾਡੇ ਉੱਤੇ ਪਿਆ ਹੋਇਆ ਹੈ ਉਹਨੂੰ ਅਚਰਜ ਨਾ ਮੰਨੋ, ਭਾਈ ਜੇਕਰ ਤੁਹਾਡੇ ਲਈ ਕੋਈ ਅਨੋਖੀ ਗੱਲ ਪਈ ਬੀਤਦੀ ਹੈ
ਸਗੋਂ ਜਿੰਨੇ ਕੁ ਤੁਸੀਂ ਮਸੀਹ ਦੇ ਦੁੱਖਾਂ ਵਿੱਚ ਸਾਂਝੀ ਹੋ, ਉਨੇ ਕੁ ਆਨੰਦ ਕਰੋ ਭਾਈ। ਉਹਦੇ ਤੇਜ ਦੇ ਪ੍ਰਕਾਸ਼ ਹੋਣ ਦੇ ਵੇਲੇ ਵੀ ਤੁਸੀਂ ਡਾਢੇ ਆਨੰਦ ਨਾਲ ਨਿਹਾਲ ਹੋਵੋ। ਸੁਣੋ ਪਤਰਸ ਇਸ ਬੰਦ ਦੀ ਸ਼ੁਰੂਆਤ ਵਿੱਚ ਕੀ ਕਹਿੰਦਾ ਹੈ। ਇਹ ਮਸੀਹਾਂ ਨੂੰ ਲਿਖਿਆ ਗਿਆ ਹੈ। ਇਹ ਤੁਹਾਨੂੰ ਅਤੇ ਮੈਨੂੰ ਜੋ ਮਸੀਹ ਦੇ ਪਿੱਛੇ ਚੱਲਦੇ ਹਾਂ ਲਿਖਿਆ ਹੈ। ਅਤੇ ਬੰਦ ਕਹਿੰਦਾ ਹੈ, ਇਸ ਤਰ੍ਹਾਂ ਹੈਰਾਨ ਨਾ ਹੋਵੋ ਜਦੋਂ ਤੂਫਾਨ ਆਉਂਦੇ ਹਨ, ਕਿਵੇਂ ਕਿ ਤੁਹਾਡੇ ਲਈ ਕੋਈ ਅਨੋਖੀ ਗੱਲ ਪਈ ਬੀਤਦੀ ਹੈ, ਕਿਉਂਕਿ ਇਹ ਕੋਈ ਅਜੀਬ ਗੱਲ ਨਹੀਂ, ਇਹ ਇੱਕ ਆਮ ਗੱਲ ਹੈ। ਤੂਫਾਨ ਸਾਡੀ ਜ਼ਿੰਦਗੀ ਦਾ ਹਿੱਸਾ ਹਨ। ਵਿਸ਼ਵਾਸੀਆਂ ਅਤੇ ਗੈਰ ਵਿਸ਼ਵਾਸੀਆਂ ਵਿੱਚ ਤੂਫਾਨ ਇੱਕੋ ਜਿਹੇ ਆਉਂਦੇ ਹਨ। ਇਸ ਲਈ ਸਭ ਤੋਂ ਪਹਿਲੀ ਗੱਲ ਜੋ ਤੁਹਾਨੂੰ ਸਮਝਣ ਦੀ ਲੋੜ ਹੈ ਉਹ ਇਹ ਹੈ ਕਿ ਇਸ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਤੂਫਾਨਾਂ ਦਾ ਸਾਹਮਣਾ ਕਰੋ ਅਤੇ ਤੁਹਾਡੇ ਵਿੱਚੋਂ ਕਈ ਹੁਣ ਵੀ ਤੂਫਾਨਾਂ ਵਿੱਚੋਂ ਗੁਜ਼ਰ ਰਹੇ ਹਨ। ਸ਼ਾਇਦ ਤੁਸੀਂ ਇਸ ਗੱਲ ਤੋਂ ਹੈਰਾਨ ਹੁੰਦੇ ਹੋਵੋਗੇ ਕਿ ਪਰਮੇਸ਼ਰ ਇਹਨਾਂ ਤੂਫਾਨਾਂ ਨੂੰ ਤੁਹਾਡੀ ਜ਼ਿੰਦਗੀ ਵਿੱਚ ਕਿਉਂ ਆਉਣ ਦਿੰਦਾ ਹੈ। ਇਸ ਦਾ ਜਵਾਬ ਪਰਮੇਸ਼ਰ ਦੇ ਵਚਨ ਵਿੱਚ ਹੈ। ਇਹ ਇੱਕ ਅਜਿਹੀ ਚੀਜ਼ ਹੈ ਜੋ ਸਾਡੇ ਸਭਨਾਂ ਤੇ ਆਉਂਦੀ ਹੈ ਅਤੇ ਮਸੀਹੀ ਲੋਕਾਂ ਨੂੰ ਤੂਫਾਨਾਂ ਤੋਂ ਛੋਟ ਨਹੀਂ ਹੈ। ਨੰਬਰ 2, ਸਾਡੀਆਂ ਜ਼ਿੰਦਗੀਆਂ ਵਿੱਚ ਤੂਫਾਨਾਂ ਦਾ ਵਿਰੋਧਵਾਸ। ਹੁਣ ਦੂਜੀ ਗੱਲ, ਸਾਡੀਆਂ ਜ਼ਿੰਦਗੀਆਂ ਵਿੱਚ ਤੂਫਾਨਾਂ ਦਾ ਵਿਰੋਧਵਾਸ। ਇੱਥੇ ਸਾਡੇ ਸਾਹਮਣੇ ਇੱਕ ਸਿਧਾਂਤ ਹੈ ਜੋ ਬਹੁਤ ਹੀ ਦਿਲਚਸਪ ਹੈ। ਦੂਜਾ ਤੀਮੋਥੇਉਸ 3:12 ਵਿੱਚ ਇਹ ਲਿਖਿਆ ਹੋਇਆ ਹੈ ਅਤੇ ਇਹ ਕਹਿੰਦਾ ਹੈ, ਦੂਜਾ ਤੀਮੋਥੇਉਸ 3:12 ਵਚਨ ਕਹਿੰਦਾ ਹੈ, ਹਾਂ ਸਭੇ ਜਿੰਨੇ ਮਸੀਹ ਯਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ। ਇੱਥੇ ਵਚਨ ਇਹ ਨਹੀਂ ਕਹਿੰਦਾ ਜਿਵੇਂ ਕਿ ਮੈਂ ਕਈ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੈ, ਸਭੇ ਜਿੰਨੇ ਮਸੀਹ ਯਸੂ ਵਿੱਚ ਭਗਤੀ ਨਾਲ ਉਮਰ ਕੱਟਦੇ ਹਨ। ਇਹ ਇਸ ਤਰ੍ਹਾਂ ਨਹੀਂ ਕਹਿੰਦਾ, ਇਹ ਕਹਿੰਦਾ ਹੈ ਕਿ ਸਭੇ ਜਿੰਨੇ ਮਸੀਹ ਯਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ। ਪਾਲੂਸ ਤੀਮੋਥੇਉਸ ਨੂੰ ਕਹਿੰਦਾ ਹੈ, ਜੇ ਤੂੰ ਇੱਕ ਮਸੀਹ ਹੈ ਅਤੇ ਭਗਤੀ ਨਾਲ ਉਮਰ ਕੱਟਣੀ ਚਾਹੁੰਦਾ ਹੈ, ਸਗੋਂ ਉਹੀ ਜਿਹਾ ਸ਼ਖਸ ਵੀ ਉਹਨਾਂ ਤੂਫਾਨਾਂ ਨੂੰ ਸਹਿੰਦਾ ਹੈ ਜਿਹੜੇ ਅਸੀਂ ਸਹਿੰਦੇ ਹਾਂ। ਜਦੋਂ ਇਸ ਤਰ੍ਹਾਂ ਹੁੰਦਾ ਹੈ ਤਾਂ ਹੈਰਾਨ ਨਾ ਹੋਵੋ। ਮੈਂ ਰੋਗੀ ਬਣਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹਾਂ, ਮੈਂ ਨਿਰਾਸ਼ਵਾਦੀ ਬਣਨ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਮੈਂ ਤੁਹਾਡੇ ਦਿਨ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਮੈਂ ਤੁਹਾਨੂੰ ਉਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜੋ ਪਵਿੱਤਰ ਵਚਨ ਕਹਿੰਦਾ ਹੈ। ਬਿਹਤਰ ਇਹ ਹੈ ਕਿ ਤੁਸੀਂ ਪਹਿਲਾਂ ਤੋਂ ਹੀ ਸੁਚੇਤ ਅਤੇ ਤਿਆਰ ਰਹੋ ਕਿ ਸਾਡੇ ਰਾਹ ਵਿੱਚ ਸਾਡੀਆਂ ਸਾਰਿਆਂ ਦੀਆਂ ਜ਼ਿੰਦਗੀਆਂ ਵਿੱਚ ਕਿਤੇ ਨਾ ਕਿਤੇ ਹਨੇਰੀਆਂ ਵਗਣਗੀਆਂ ਅਤੇ ਉੱਚੀਆਂ ਲਹਿਰਾਂ ਉੱਠਣਗੀਆਂ ਅਤੇ ਤੁਸੀਂ ਆਪਣੇ ਆਪ ਨੂੰ ਤੂਫਾਨ ਵਿੱਚ ਖੜਾ ਪਾਓਗੇ। ਹੁਣ ਇਹ ਵੇਖੋ, ਚੇਲੇ ਉਸ ਦਿਨ ਕੋਈ ਵੀ ਗਲਤੀ ਨਹੀਂ ਕਰ ਰਹੇ ਸਨ, ਉਹ ਸਭ ਕੁਝ ਸਹੀ ਕਰ ਰਹੇ ਸਨ। ਇਹ ਯਸੂ ਹੀ ਸੀ ਜਿਸ ਨੇ ਕਿਹਾ, ਆਓ ਅਸੀਂ ਪਾਰ ਚਲੀਏ, ਅਤੇ ਉਹਨਾਂ ਨੇ ਯਸੂ ਦੀ ਆਗਿਆ ਮੰਨੀ। ਉਹ ਤਿਆਰ ਹੋ ਗਏ, ਉਹ ਜਿਸ ਤਰ੍ਹਾਂ ਵੀ ਬੇੜੀ ਵਿੱਚ ਬੈਠੇ ਸੀ ਉਸੇ ਤਰ੍ਹਾਂ ਯਸੂ ਨੂੰ ਲੈ ਗਏ ਅਤੇ ਉਹ ਗਲੀਲ ਦੀ ਝੀਲ ਦੇ ਦੂਜੇ ਪਾਸੇ ਜਾਣ ਲਈ ਤੁਰ ਪਏ। ਉਹ ਅਣਆਗਿਆਕਾਰੀ ਨਹੀਂ ਸਨ, ਉਹਨਾਂ ਨੂੰ ਕਿਸੇ ਗਲਤੀ ਦੀ ਸਜ਼ਾ ਨਹੀਂ ਸੀ ਮਿਲ ਰਹੀ। ਇਹ ਚੇਲੇ ਪਰਮੇਸ਼ਰ ਦੀ ਸੰਪੂਰਨ ਇੱਛਾ ਵਿੱਚ ਸਨ ਅਤੇ ਉਹ ਸੰਪੂਰਨ ਤੂਫਾਨ ਦਾ ਅਨੁਭਵ ਕਰ ਰਹੇ ਸਨ। ਤੁਸੀਂ ਵੇਖੋ, ਕਈ ਵਾਰ ਮਸੀਹ ਲੋਕ ਇਹ ਸੋਚਦੇ ਹਨ ਕਿ ਤੂਫਾਨ ਸਿਰਫ ਉਹਨਾਂ ਲੋਕਾਂ ਲਈ ਹਨ ਜੋ ਉਹ ਨਹੀਂ ਕਰਦੇ ਜੋ ਉਹਨਾਂ ਨੂੰ ਕਰਨਾ ਚਾਹੀਦਾ ਹੈ। ਤੂਫਾਨ ਸਾਡੀਆਂ ਜ਼ਿੰਦਗੀਆਂ ਵਿੱਚ ਆਉਣ ਵਾਲੀਆਂ ਸਮੱਸਿਆ ਨੂੰ ਸੁਲਝਾਉਣ ਜਾਂ ਸਾਨੂੰ ਸੁਧਾਰਨ ਦਾ ਪਰਮੇਸ਼ਰ ਦਾ ਇੱਕ ਤਰੀਕਾ ਹੈ ਅਤੇ ਸੱਚਮੁੱਚ ਇਹੋ ਗੱਲ ਹੈ, ਪਰ ਹਮੇਸ਼ਾ ਇਸ ਤਰ੍ਹਾਂ ਨਹੀਂ ਹੁੰਦਾ ਹੈ। ਇੱਥੇ ਕੁਝ ਲੋਕਾਂ ਦਾ ਸਮੂਹ ਜੋ ਸਾਫ਼ ਤੌਰ ਤੇ ਉਹਨਾਂ ਦੇ ਪ੍ਰਭੂ ਦਾ ਦਿਲ ਵਿੱਚ ਸ਼ਾਮਲ ਸੀ, ਉਹਨਾਂ ਨੇ ਉਹੀ ਕੀਤਾ ਜੋ ਪ੍ਰਭੂ ਨੇ ਉਹਨਾਂ ਨੂੰ ਕਰਨ ਲਈ ਕਿਹਾ ਸੀ। ਉਹ ਉਸ ਦੇ ਪਿੱਛੇ ਪਿੱਛੇ ਗਏ, ਉਹ ਉਸ ਦੇ ਨਾਲ ਉਸ ਦੀ ਸੇਵਾ ਵਿੱਚ ਸ਼ਾਮਲ ਸਨ, ਉਹ ਉਸ ਦੇ ਸਹਾਇਕ ਸਨ, ਉਸ ਨੂੰ ਉਤਸ਼ਾਹ ਦੇਣ ਵਾਲੇ। ਮੈਨੂੰ ਪੱਕਾ ਯਕੀਨ ਹੈ ਕਿ ਉਹ ਯਸੂ ਦੀ ਉਸ ਥਕਾਵਟ ਬਾਰੇ ਫਿਕਰਮੰਦ ਸਨ ਜੋ ਉਸ ਦਿਨ ਸਾਡੇ ਪ੍ਰਭੂ ਨੂੰ ਹੋਈ ਸੀ। ਉਹ ਮਸੀਹ ਦੇ ਚੇਲੇ ਹੋਣ ਦੇ ਨਾਤੇ ਉਹ ਸਭ ਕੁਝ ਕਰ ਰਹੇ ਸਨ ਜਿਸ ਦੀ ਤੁਸੀਂ ਮਸੀਹ ਦੇ ਇੱਕ ਚੇਲੇ ਤੋਂ ਉਮੀਦ ਕਰਦੇ ਹੋ, ਅਤੇ ਇਸ ਸਭ ਦੇ ਦੌਰਾਨ ਉਹਨਾਂ ਨੇ ਆਪਣੇ ਆਪ ਨੂੰ ਤੂਫਾਨ ਵਿੱਚ ਪਾਇਆ। ਦੋਸਤੋ, ਸਮੁੰਦਰੀ ਜਹਾਜ਼ ਵਿੱਚ ਸ਼ਾਨ ਸਫ਼ਰ ਨੂੰ ਸੁਰੱਖਿਅਤ ਜ਼ਮੀਨ ਤੇ ਉਤਾਰਨ ਨਾਲ ਨਾ ਉਲਝਾਓ। ਇਹਨਾਂ ਦੋਵਾਂ ਨੂੰ ਆਪਸ ਵਿੱਚ ਨਾ ਉਲਝਾਓ। ਪਰਮੇਸ਼ਰ ਦੇ ਵਚਨ ਵਿੱਚ ਤੁਹਾਨੂੰ ਵਾਅਦਾ ਦਿੱਤਾ ਗਿਆ ਹੈ, ਤੁਹਾਡਾ ਸਫ਼ਰ ਸੁਰੱਖਿਅਤ ਹੋਵੇਗਾ, ਪਰ ਉਹ ਤੁਹਾਨੂੰ ਸਮੁੰਦਰੀ ਜਹਾਜ਼ ਵਿੱਚ ਸ਼ਾਂਤ ਸਫ਼ਰ ਦਾ ਦਾਅਵਾ ਨਹੀਂ ਦਿੰਦਾ, ਕਿਉਂਕਿ ਕਈ ਵਾਰ ਲਹਿਰਾਂ ਉੱਚੀਆਂ ਹੁੰਦੀਆਂ ਹਨ ਅਤੇ ਹਨੇਰੀ ਤੇਜ਼ ਵਗਦੀ ਹੈ। ਮੈਂ ਤੁਹਾਨੂੰ ਇਹ ਗੱਲ ਇੱਕ ਹੋਰ ਤਰੀਕੇ ਨਾਲ ਦੱਸਦਾ ਹਾਂ। ਚੇਲੇ ਇਸ ਲਈ ਤੂਫਾਨ ਵਿੱਚ ਨਹੀਂ ਸਨ ਕਿਉਂਕਿ ਉਹ ਅਣਆਗਿਆਕਾਰੀ ਸਨ, ਉਹ ਇਸ ਲਈ ਤੂਫਾਨ ਵਿੱਚ ਸਨ ਕਿਉਂਕਿ ਉਹ ਆਗਿਆਕਾਰੀ ਸਨ। ਉਹ ਇਸ ਲਈ ਤੂਫਾਨ ਵਿੱਚ ਨਹੀਂ ਸਨ ਕਿ ਉਹਨਾਂ ਨੇ ਕੋਈ ਗਲਤੀ ਕੀਤੀ ਸੀ, ਉਹ ਇਸ ਲਈ ਤੂਫਾਨ ਵਿੱਚ ਸਨ ਕਿਉਂਕਿ ਉਹ ਸਹੀ ਕੰਮ ਕਰ ਰਹੇ ਸਨ।
ਮੈਨੂੰ ਤੁਹਾਡੇ ਬਾਰੇ ਤਾਂ ਪਤਾ ਨਹੀਂ, ਪਰ ਮੇਰੇ ਲਈ ਤਾਂ ਇਹ ਮੇਰੇ ਉੱਤੇ ਬੋਝ ਨਾਲੋਂ ਹਟਾਉਂਦਾ ਹੈ। ਕਿਉਂਕਿ ਬਹੁਤ ਵਾਰ ਜਦੋਂ ਅਸੀਂ ਬਿਮਾਰ ਪੈ ਜਾਂਦੇ ਹਾਂ, ਜਦੋਂ ਤੁਹਾਨੂੰ ਸਮੱਸਿਆਵਾਂ ਹੁੰਦੀਆਂ ਹਨ, ਜਦੋਂ ਤੁਹਾਡੇ ਕਿਸੇ ਬੱਚੇ ਨਾਲ ਕੁਝ ਗਲਤ ਹੋ ਜਾਂਦਾ ਹੈ, ਜਾਂ ਤੁਹਾਡੀ ਨੌਕਰੀ ਖੁੰਝ ਜਾਂਦੀ ਹੈ, ਜਾਂ ਤੁਹਾਨੂੰ ਤੁਹਾਡੇ ਰੋਜ਼ਗਾਰ ਵਿੱਚ ਕਿਸੇ ਕਿਸਮ ਦੀ ਸਮੱਸਿਆ ਆ ਜਾਂਦੀ ਹੈ, ਤਾਂ ਤੁਸੀਂ ਆਪਣੇ ਕੋਲੋਂ ਸਭ ਤੋਂ ਪਹਿਲੀ ਗੱਲ ਕੀ ਪੁੱਛਦੇ ਹੋ? ਮੈਂ ਕਿਹੜੀ ਗਲਤੀ ਕਰ ਰਿਹਾ ਹਾਂ? ਅਤੇ ਆਪਣੇ ਦਿਲ ਨੂੰ ਇਹ ਵੇਖਣ ਲਈ ਜਾਂਚਣਾ ਕਿ ਤੁਸੀਂ ਪ੍ਰਭੂ ਦੀ ਸੰਗਤੀ ਵਿੱਚ ਚੱਲ ਰਹੇ ਹੋ ਕਿ ਨਹੀਂ। ਕੋਈ ਬੁਰੀ ਗੱਲ ਨਹੀਂ ਹੈ, ਪਰ ਜ਼ਰੂਰੀ ਨਹੀਂ ਹੈ ਕਿ ਤੁਸੀਂ ਕਲਪਨਾ ਕਰੋ ਕਿ ਹਰ ਤੂਫਾਨ ਪਰਮੇਸ਼ਰ ਵੱਲੋਂ ਇਸ ਗੱਲ ਦਾ ਸੰਕੇਤ ਹੈ ਕਿ ਤੁਸੀਂ ਪਰਮੇਸ਼ਰ ਦੀ ਸੰਗਤੀ ਵਿੱਚੋਂ ਬਾਹਰ ਹੋ। ਕਈ ਵਾਰ ਤੁਹਾਨੂੰ ਬਹੁਤ ਦੇਰ ਬਾਅਦ ਪਤਾ ਲੱਗਦਾ ਹੈ ਕਿ ਪਰਮੇਸ਼ਰ ਕੀ ਚਾਹੁੰਦਾ ਹੈ। ਨੰਬਰ 3, ਸਾਡੀਆਂ ਜ਼ਿੰਦਗੀਆਂ ਵਿੱਚ ਤੂਫਾਨਾਂ ਦੀ ਮੌਜੂਦਗੀ। ਨਾ ਸਿਰਫ ਸਾਡੀਆਂ ਜ਼ਿੰਦਗੀਆਂ ਵਿੱਚ ਤੂਫਾਨਾਂ ਦੀਆਂ ਸੰਭਾਵਨਾਵਾਂ ਅਤੇ ਸਾਡੀਆਂ ਜ਼ਿੰਦਗੀਆਂ ਵਿੱਚ ਤੂਫਾਨਾਂ ਦੇ ਵਿਰੋਧਵਾਦ, ਪਰ ਸਾਡੀਆਂ ਜ਼ਿੰਦਗੀਆਂ ਵਿੱਚ ਤੂਫਾਨਾਂ ਦੀ ਮੌਜੂਦਗੀ ਤੇ ਵੀ ਗੌਰ ਕਰੋ। ਜੋ ਹੋਇਆ ਉਸ ਤੇ ਗੌਰ ਕਰੋ। ਉਹ ਬੇੜੀ ਦੇ ਪਿਛਲੇ ਸਿਰੇ ਵੱਲ ਇੱਕ ਸਿਰਹਾਣਾ ਰੱਖ ਕੇ ਸੁੱਤਾ ਹੋਇਆ ਸੀ। ਉਹਨਾਂ ਨੇ ਉਹਨੂੰ ਜਗਾਇਆ ਅਤੇ ਉਹਨੂੰ ਆਖਿਆ, ਗੁਰੂ ਜੀ, ਤੈਨੂੰ ਕੋਈ ਫਿਕਰ ਨਹੀਂ ਜੋ ਅਸੀਂ ਨਸ਼ਟ ਹੋ ਚੱਲੇ ਹਾਂ। ਚੇਲੇ ਸਪਸ਼ਟ ਤੌਰ ਤੇ ਯਿਸੂ ਨੂੰ ਭੀੜ ਤੋਂ ਦੂਰ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਸਨ, ਤਾਂ ਜੋ ਯਿਸੂ ਆਰਾਮ ਕਰ ਸਕਦਾ। ਜੇ ਤੁਸੀਂ ਥੋੜਾ ਜਿਹਾ ਪਿੱਛੇ ਜਾਓ ਅਤੇ ਉਹ ਪੜੋ ਜੋ ਚੇਲਿਆਂ ਨਾਲ ਜਾਣ ਤੋਂ ਪਹਿਲਾਂ ਯਿਸੂ ਨਾਲ ਹੋਇਆ ਸੀ, ਤਾਂ ਤੁਹਾਨੂੰ ਪਤਾ ਲੱਗੇਗਾ ਇਹ ਇੱਕ ਬਹੁਤ ਹੀ ਥਕਾਉਣ ਵਾਲਾ ਦਿਨ ਸੀ। ਯਿਸੂ ਆਪਣੇ ਮਨੁੱਖੀ ਰੂਪ ਵਿੱਚ ਸੀ। ਯਿਸੂ ਸਰੀਰ ਵਿੱਚ ਪਰਮੇਸ਼ਰ ਸੀ, ਇਸ ਲਈ ਉਸ ਨੇ ਥਕਾਵਟ ਮਹਿਸੂਸ ਕੀਤੀ। ਉਹ ਕਈ ਮੌਕਿਆਂ ਤੇ ਪਿਆਸਾ ਸੀ ਅਤੇ ਉਸ ਨੂੰ ਭੁੱਖ ਲੱਗੀ। ਉਸ ਨੇ ਉਹਨਾਂ ਸਭਨਾਂ ਗੱਲਾਂ ਦਾ ਅਨੁਭਵ ਕੀਤਾ ਜਿਨ੍ਹਾਂ ਦਾ ਅਨੁਭਵ ਅਸੀਂ ਕਰਦੇ ਹਾਂ। ਉਸ ਦਿਨ ਯਿਸੂ ਥੱਕਿਆ ਪਿਆ ਸੀ। ਚੇਲਿਆਂ ਨੇ ਉਸ ਗੱਲ ਦੀ ਫਿਕਰ ਸੀ। ਚੇਲੇ ਯਿਸੂ ਨੂੰ ਇਸ ਬੇੜੀ ਵਿੱਚ ਲੈ ਕੇ ਗਲੀਲ ਦੇ ਦੂਜੇ ਪਾਰ ਚੱਲ ਪਏ ਤਾਂ ਕਿ ਉਹ ਉਸ ਨੂੰ ਭੀੜ ਤੋਂ ਦੂਰ ਲੈ ਜਾਣ ਅਤੇ ਯਿਸੂ ਥੋੜਾ ਜਿਹਾ ਆਰਾਮ ਕਰ ਸਕਦਾ। ਸਾਫ਼ ਹੈ ਕਿ ਯਿਸੂ ਬਹੁਤ ਥੱਕਿਆ ਹੋਇਆ ਸੀ ਕਿ ਜਿਉਂ ਹੀ ਉਹ ਬੇੜੀ ਵਿੱਚ ਬੈਠਾ, ਉਹ ਬੇੜੀ ਦੇ ਪਿਛਲੇ ਸਿਰੇ ਵੱਲ ਚਲਾ ਗਿਆ ਅਤੇ ਸਿਰਹਾਣਾ ਲੈ ਕੇ ਝੱਟ ਸੋ ਗਿਆ। ਕੀ ਤੁਸੀਂ ਜਾਣਦੇ ਹੋ, ਸਾਰੀ ਬਾਈਬਲ ਵਿੱਚ ਇਹੋ ਹੀ ਇੱਕ ਸਮਾਂ ਹੈ ਜਿੱਥੇ ਅਸੀਂ ਯਿਸੂ ਦੇ ਸੌਣ ਬਾਰੇ ਪੜ੍ਹਦੇ ਹਾਂ ਅਤੇ ਇਹ ਇੱਕ ਤੂਫਾਨ ਦੇ ਦਰਮਿਆਨ ਸੀ। ਕੀ ਇਹ ਇੱਕ ਦਿਲਚਸਪ ਵਿਚਾਰ ਨਹੀਂ ਹੈ? ਮੈਨੂੰ ਯਕੀਨ ਹੈ ਕਿ ਉਹ ਹੋਰ ਸਮੱਸਿਆ ਤੇ ਵੀ ਸੁੱਤਾ ਹੋਵੇਗਾ, ਪਰ ਸਿਰਫ ਇਹੋ ਹੀ ਇੱਕ ਥਾਂ ਜਿੱਥੇ ਪਵਿੱਤਰ ਵਚਨ ਯਿਸੂ ਦੇ ਸੌਣ ਬਾਰੇ ਦੱਸਦਾ ਹੈ ਅਤੇ ਇਹ ਇੱਕ ਤੂਫਾਨ ਦੇ ਦਰਮਿਆਨ ਸੀ। ਖੈਰ, ਬੇੜੀ ਪਾਣੀ ਨਾਲ ਭਰਨਾ ਸ਼ੁਰੂ ਹੋ ਗਈ ਅਤੇ ਚੇਲੇ ਚਿੰਤਾ ਨਾਲ ਅਤੇ ਤੂਫਾਨ ਦੇ ਰੌਲੇ ਅਤੇ ਹਫੜਾ ਦਫੜੀ ਵਿੱਚ ਯਿਸੂ ਨੂੰ ਜਾਗ ਨਹੀਂ ਆਈ। ਉਹ ਸੁੱਤਾ ਰਿਹਾ ਅਤੇ ਚੇਲੇ ਇਸ ਗੱਲ ਨੂੰ ਨਹੀਂ ਸਮਝੇ ਅਤੇ ਚੇਲਿਆਂ ਨੇ ਸੋਚਿਆ ਕਿ ਉਸ ਨੂੰ ਸਾਡੀ ਕੋਈ ਫਿਕਰ ਨਹੀਂ ਹੈ। ਉਹ ਸੱਚਮੁੱਚ ਪਰੇਸ਼ਾਨ ਹੋ ਗਏ ਅਤੇ ਉਹਨਾਂ ਨੇ ਯਿਸੂ ਨੂੰ ਕੁਝ ਅਜਿਹਾ ਕਿਹਾ ਜੋ ਅਸੀਂ ਉਹਨੂੰ ਕਹਿੰਦੇ ਹਾਂ ਜਦੋਂ ਅਸੀਂ ਤੂਫਾਨਾਂ ਵਿੱਚ ਹੁੰਦੇ ਹਾਂ। ਯਿਸੂ, ਕੀ ਤੈਨੂੰ ਕੋਈ ਫਿਕਰ ਨਹੀਂ ਹੈ? ਕੀ ਤੈਨੂੰ ਮੇਰੀ ਕੋਈ ਫਿਕਰ ਨਹੀਂ ਹੈ? ਪ੍ਰਭੂ, ਕੀ ਤੈਨੂੰ ਨਹੀਂ ਪਤਾ ਮੈਂ ਮੁਸੀਬਤ ਵਿੱਚੋਂ ਗੁਜ਼ਰ ਰਿਹਾ ਹਾਂ? ਕੀ ਤੂੰ ਨਹੀਂ ਜਾਣਦਾ ਮੈਂ ਤੂਫਾਨਾਂ ਵਿੱਚ ਫਸਿਆ ਹੋਇਆ ਹਾਂ? ਪ੍ਰਭੂ ਯਿਸੂ, ਤੂੰ ਕੁਝ ਕਿਉਂ ਨਹੀਂ ਕਰਦਾ? ਤੂੰ ਕਿਉਂ ਚੁੱਪਚਾਪ ਬੈਠਾ ਹੈ? ਮਰਕਸ ਇਸ ਕਹਾਣੀ ਨੂੰ ਪੇਸ਼ ਕਰਦਿਆਂ ਥੋੜਾ ਜਿਹਾ ਵੇਰਵਾ ਦਿੰਦਾ ਹੈ ਜੋ ਦੂਜੇ ਦੋ ਲੇਖੇ ਜੋਖਿਆਂ ਵਿੱਚ ਪਾਇਆ ਜਾਂਦਾ ਹੈ। ਮਰਕਸ ਕਹਿੰਦਾ ਹੈ ਕਿ ਜਦੋਂ ਉਹ ਗਏ ਤੇ ਉਹਨਾਂ ਕੋਲ ਦੋ ਹੋਰ ਬੇੜੀਆਂ ਸਨ। ਚੇਲਿਆਂ ਦੀ ਬੇੜੀ ਅਤੇ ਦੂਜੀਆਂ ਬੇੜੀਆਂ ਵਿੱਚ ਫਰਕ ਸਾਫ਼ ਦਿਸਦਾ ਹੈ। ਯਿਸੂ ਚੇਲਿਆਂ ਦੀ ਬੇੜੀ ਵਿੱਚ ਸੀ, ਦੂਜੀਆਂ ਬੇੜੀਆਂ ਵਿੱਚ ਯਿਸੂ ਨਹੀਂ ਸੀ। ਹੁਣ ਜਿਹੜੇ ਲੋਕ ਦੂਜੀਆਂ ਬੇੜੀਆਂ ਵਿੱਚ ਸਨ, ਇਸ ਬਰਕਤ ਵਿੱਚ ਹਿੱਸਾ ਪਾਉਣ ਜਾ ਰਹੇ ਹਨ, ਪਰ ਉਹਨਾਂ ਨਾਲ ਬੇੜੀ ਵਿੱਚ ਪ੍ਰਭੂ ਯਿਸੂ ਦੀ ਹਜ਼ੂਰੀ ਨਹੀਂ ਸੀ। ਕੀ ਇਹ ਅਨੋਖੀ ਗੱਲ ਨਹੀਂ ਕਿ ਇਹ ਮਨੁੱਖ ਜਿਹੜੇ ਹਰ ਸਮੇਂ ਪ੍ਰਭੂ ਦੇ ਨਾਂ ਨਾਲ ਚੱਲਦੇ ਸਨ, ਉਸ ਦੀ ਸਾਮਰਥ ਨੂੰ ਜਾਣਦੇ ਸਨ, ਜਿਨ੍ਹਾਂ ਉਸ ਨੂੰ ਅਚਰਜ ਚਮਤਕਾਰ ਕਰਦਿਆਂ ਵੇਖਿਆ ਸੀ, ਇੱਕ ਪਲ ਲਈ ਕਦੇ ਨਹੀਂ ਸੋਚਿਆ ਕਿ ਉਹਨਾਂ ਦੀ ਸਮੱਸਿਆ ਦਾ ਹੱਲ ਯਿਸੂ ਸੀ। ਉਹਨਾਂ ਨੂੰ ਸੰਭਾਲਣ ਲਈ ਪ੍ਰਭੂ ਯਿਸੂ ਦੀ ਹਜ਼ੂਰੀ ਜਾਂ ਮੌਜੂਦਗੀ ਹੀ ਕਾਫੀ ਸੀ। ਸਿਰਫ ਇਹਨਾਂ ਜਾਣਨਾ ਕਿ ਉਹ ਤੁਹਾਡੇ ਨਾਲ ਹੈ ਤੁਹਾਨੂੰ ਸ਼ਾਂਤ ਕਰੇਗਾ। ਜਦੋਂ ਹਨੇਰੀ ਵੱਗ ਰਹੀ ਹੁੰਦੀ ਹੈ ਅਤੇ ਲਹਿਰਾਂ ਠਾਠਾਂ ਮਾਰੀਆਂ ਹੁੰਦੀਆਂ ਹਨ, ਯਿਸੂ ਸ਼ਾਂਤ ਸੀ ਅਤੇ ਚੇਲੇ ਬਿਖਰ ਰਹੇ ਸਨ। ਤੁਸੀਂ ਵੇਖੋ, ਬਚਾਓ ਮੁਸੀਬਤ ਦੀ ਗੈਰ ਮੌਜੂਦਗੀ ਨਹੀਂ ਹੈ, ਬਚਾਓ ਯਿਸੂ ਦੀ ਹਜ਼ੂਰੀ ਹੈ। ਅਤੇ ਜਦੋਂ ਤੱਕ ਤੁਸੀਂ ਇਹ ਨਹੀਂ ਵੇਖਦੇ, ਤੁਸੀਂ ਉਹਨਾਂ ਤੂਫਾਨਾਂ ਦਾ ਕਦੀ ਵੀ ਸਾਹਮਣਾ ਨਹੀਂ ਕਰ ਸਕੋਗੇ ਜਿਨ੍ਹਾਂ ਦਾ ਅਸੀਂ ਅਨੁਭਵ ਕਰਦੇ ਹਾਂ। ਬੇੜੀ ਯਿਸੂ ਦੇ ਵੱਸ ਵਿੱਚ ਸੀ, ਤੁਸੀਂ ਭਾਵੇਂ ਵਿਸ਼ਵਾਸ ਕਰੋ ਜਾਂ ਨਹੀਂ। ਹਾਲਾਂਕਿ ਇਸ ਤਰ੍ਹਾਂ ਨਹੀਂ ਜਾਪਦਾ ਹੈ। ਬੇੜੀ ਤਾਂ ਉਸ ਦੇ ਵੱਸ ਵਿੱਚ ਸੀ ਕਿ ਨਹੀਂ? ਸ਼ੁਰੂ ਤੋਂ ਹੀ ਬੇੜੀ ਉਸ ਦੇ ਵੱਸ ਵਿੱਚ ਸੀ ਅਤੇ ਉਹ ਬੋਲਿਆ ਅਤੇ ਪੌਣ ਰੁਕ ਗਈ ਅਤੇ ਲਹਿਰਾਂ ਸ਼ਾਂਤ ਹੋ ਗਈਆਂ।
ਸੁਣੋ, ਪਰਮੇਸ਼ਰ ਦਾ ਵਚਨ ਉਸ ਸਾਮਰਥ ਬਾਰੇ ਕੀ ਕਹਿੰਦਾ ਹੈ ਜੋ ਯਿਸੂ ਦੀ ਤੂਫਾਨਾਂ ਤੇ ਹੈ। ਜ਼ਬੂਰ 99 ਦੀ 9 ਐਤ ਕਹਿੰਦੀ ਹੈ, ਤੂੰ ਹੀ ਸਮੁੰਦਰ ਦੇ ਉਛਾਲ ਉੱਤੇ ਹਕੂਮਤ ਕਰਦਾ ਹਾਂ, ਜਾਂ ਉਹਦੀਆਂ ਠਾਠਾਂ ਉੱਠ ਪੈਂਦੀਆਂ ਹਨ ਤਾਂ ਤੂੰ ਉਹਨਾਂ ਨੂੰ ਥਮਾ ਦਿੰਦਾ ਹੈ। ਜ਼ਬੂਰ 93 4 ਐਤ ਕਹਿੰਦੀ ਹੈ, ਬਹਾਲੇ ਪਾਣੀਆਂ ਦੇ ਸ਼ੋਰ ਨਾਲੋਂ ਸ਼ਾਨਦਾਰ, ਸਮੁੰਦਰ ਦੀਆਂ ਠਾਠਾਂ ਨਾਲੋਂ ਵੀ ਯਹੋਵਾ ਉਚਾਈ ਵਿੱਚ ਸ਼ਾਨਦਾਰ ਹੈ। ਅਤੇ ਜ਼ਬੂਰ 107 29 ਵਚਨ ਕਹਿੰਦਾ ਹੈ, ਉਹ ਤੂਫਾਨਾਂ ਨੂੰ ਥਮਾ ਦਿੰਦਾ ਹੈ ਅਤੇ ਉਸ ਦੀਆਂ ਲਹਿਰਾਂ ਚੁੱਪ ਹੋ ਜਾਂਦੀਆਂ ਹਨ। ਦੋਸਤੋ, ਮੈਂ ਤੁਹਾਨੂੰ ਇਸ ਸੱਚਾਈ ਨਾਲ ਤਸੱਲੀ ਦੇਣਾ ਚਾਹੁੰਦਾ ਹਾਂ, ਜਦੋਂ ਯਿਸੂ ਤੁਹਾਡੀ ਬੇੜੀ ਵਿੱਚ ਹੁੰਦਾ ਹੈ, ਤੁਹਾਡਾ ਕਪਤਾਨ ਖੁਦ ਸਰਬਸ਼ਕਤੀਮਾਨ ਪਰਮੇਸ਼ਰ ਹੁੰਦਾ ਹੈ ਅਤੇ ਸਭ ਉਸ ਦੇ ਬਸ ਵਿੱਚ ਹੁੰਦਾ ਹੈ। ਤੂਫਾਨ ਤੁਹਾਡੀ ਸਮਝ ਤੋਂ ਪਰੇ ਹੋ ਸਕਦਾ ਹੈ, ਸ਼ਾਇਦ ਤੁਸੀਂ ਇਸ ਨੂੰ ਨਹੀਂ ਸਮਝ ਸਕਦੇ, ਪਰ ਸਿਰਫ ਇੱਕ ਸਵਾਲ ਹੈ ਜੋ ਤੁਹਾਨੂੰ ਪੁੱਛਣ ਦੀ ਲੋੜ ਹੈ, ਕੀ ਯਿਸੂ ਬੇੜੀ ਵਿੱਚ ਹੈ? ਕੀ ਉਹ ਤੁਹਾਡੇ ਦਿਲ ਦੇ ਅੰਦਰ ਹੈ? ਕੀ ਉਹ ਤੁਹਾਡੀ ਜ਼ਿੰਦਗੀ ਵਿੱਚ ਹੈ? ਕੀ ਉਹ ਤੁਹਾਡੇ ਨਾਲ ਹੈ? ਜੇ ਉਹ ਹੈ, ਤੁਸੀਂ ਇੱਕ ਗੱਲ ਜਾਣ ਸਕਦੇ ਹੋ, ਭਾਵੇਂ ਤੁਹਾਨੂੰ ਇਹ ਸਮਝਣ ਵਿੱਚ ਕਿੰਨਾ ਵੀ ਔਖਾ ਲੱਗੇ, ਕਦੀ ਨਾ ਕਦੀ ਉਹ ਤੁਹਾਨੂੰ ਇਹ ਜਾਣਨ ਅਤੇ ਸਮਝਣ ਵਿੱਚ ਮਦਦ ਕਰੇਗਾ ਅਤੇ ਉਹ ਤੁਹਾਡੇ ਅਨੁਭਵ ਵਿੱਚ ਸ਼ਾਂਤੀ ਲੈ ਕੇ ਆਵੇਗਾ। ਨੰਬਰ 4, ਸਾਡੀਆਂ ਜ਼ਿੰਦਗੀਆਂ ਦੇ ਤੂਫਾਨਾਂ ਵਿੱਚ ਸ਼ਾਂਤੀ। ਤੂਫਾਨਾਂ ਦੀ ਸੰਭਾਵਨਾ, ਉਹਨਾਂ ਦਾ ਵਿਰੋਧਾਭਾਸ, ਤੂਫਾਨਾਂ ਦੀ ਮੌਜੂਦਗੀ, ਜ਼ਿੰਦਗੀ ਦੇ ਤੂਫਾਨਾਂ ਵਿੱਚ ਸ਼ਾਂਤੀ ਤੇ ਧਿਆਨ ਦਿਓ। ਮਰਕਸ 4 ਦੇ 39 ਵਚਨ ਕਹਿੰਦਾ ਹੈ, ਤਦ ਉਹਨੇ ਉੱਠ ਕੇ ਪੌਣ ਨੂੰ ਦਬਕਾ ਦਿੱਤਾ। ਮੈਂ ਪੜ੍ਹਿਆ ਹੈ ਕਿ ਕਿਸੇ ਨੇ ਲਿਖਿਆ ਹੈ ਕਿ ਯਿਸੂ ਉੱਠਿਆ, ਅਤੇ ਇਹ ਇੱਕ ਦਿਲਚਸਪ ਸ਼ਬਦ ਹੈ। ਪੇਸ਼ ਕੀਤਾ ਗਿਆ ਵਿਚਾਰ ਇਹ ਹੈ ਕਿ ਯਿਸੂ ਬੇੜੀ ਦੇ ਪਿਛਲੇ ਪਾਸੇ ਜਾ ਕੇ ਸੋ ਰਿਹਾ ਸੀ, ਅਤੇ ਜਦੋਂ ਚੇਲੇ ਇਸ ਮੁਸੀਬਤ ਵਿੱਚ ਪੈ ਗਏ, ਉਹ ਇੱਕ ਅਰਕ ਤੇ ਉੱਠਿਆ ਅਤੇ ਆਪਣੇ ਦੂਜੇ ਹੱਥ ਨਾਲ ਰੋਕਣ ਦਾ ਇਸ਼ਾਰਾ ਕਰਦਿਆਂ ਕਿਹਾ, ਠੀਕ ਹੈ, ਬਹੁਤ ਹੋ ਗਿਆ, ਲਹਿਰੋ, ਇਹ ਬਹੁਤ ਹੋ ਗਿਆ, ਇੰਨਾ ਕਾਫੀ ਹੈ। ਹੁਣ ਜਦੋਂ ਉਹ ਕਹਿੰਦਾ ਹੈ ਕਿ ਉਹ ਉੱਠਿਆ, ਮੈਂ ਨਹੀਂ ਸੋਚਦਾ ਕਿ ਉਹ ਬੇੜੀ ਵਿੱਚ ਸਿੱਧਾ ਖੜਾ ਹੋ ਗਿਆ ਹੈ। ਮੈਂ ਨਹੀਂ ਸੋਚਦਾ ਕਿ ਇਸ ਦਾ ਇਹ ਮਤਲਬ ਹੈ। ਇਸ ਦਾ ਮਤਲਬ ਹੈ ਉਹ ਜਾਗ ਗਿਆ। ਉਹ ਆਪਣੀ ਅਰਕ ਦੇ ਸਹਾਰੇ ਉੱਠਿਆ ਤੇ ਪੌਣ ਅਤੇ ਲਹਿਰਾਂ ਨੂੰ ਦਬਕਾ ਮਾਰਿਆ। ਯਥਾਰਥ ਰੂਪ ਵਿੱਚ ਉਸਨੇ ਪੌਣ ਨੂੰ ਕਿਹਾ, ਪੌਣ ਸ਼ਾਂਤ ਹੋ ਜਾ। ਅਤੇ ਸੰਦੇਸ਼ ਜਿਸ ਦੀ ਯੂਜੀਨ ਪੀਟਰਸ ਵਿਆਖਿਆ ਕਰਦਾ ਹੈ ਇਸ ਤਰ੍ਹਾਂ ਹੈ, ਪੌਣ ਨੂੰ ਸਾਹ ਚੜ ਗਿਆ। ਕੀ ਇਹ ਇੱਕ ਮਹਾਨ ਵਿਚਾਰ ਨਹੀਂ ਹੈ? ਯਿਸੂ ਨੇ ਪੌਣ ਨੂੰ ਸ਼ਾਂਤ ਕਰ ਦਿੱਤਾ ਅਤੇ ਪੌਣ ਨੂੰ ਸਾਹ ਚੜ ਗਿਆ। ਹੁਣ ਜਦੋਂ ਯਿਸੂ ਉਸ ਦਿਨ ਬੋਲਿਆ ਤਾਂ ਦੋ ਚਮਤਕਾਰ ਹੋਏ। ਸਭ ਤੋਂ ਪਹਿਲਾਂ ਉਹ ਬੋਲਿਆ ਤੇ ਪੌਣ ਸ਼ਾਂਤ ਹੋ ਗਈ। ਤੁਹਾਡੇ ਵਿੱਚੋਂ ਕਿੰਨੇ ਜਣੇ ਜਾਣਦੇ ਹਨ ਕਿ ਪੌਣ ਰੁਕਣ ਤੋਂ ਬਾਅਦ ਲਹਿਰਾਂ ਉਸੇ ਵੇਲੇ ਨਹੀਂ ਰੁਕਦੀਆਂ। ਕਈ ਵਾਰ ਤਾਂ ਉਹ ਕਈ ਘੰਟੇ ਵਗਦੀਆਂ ਰਹਿੰਦੀਆਂ ਹਨ, ਕਿਉਂਕਿ ਪੌਣ ਚੱਕਿਆਂ ਨੂੰ ਇਹ ਪ੍ਰਕਿਰਿਆ ਸ਼ੁਰੂ ਕੀਤੀ ਸੀ ਜੋ ਪੌਣ ਦੇ ਰੁਕਣ ਤੇ ਸ਼ਾਂਤ ਨਹੀਂ ਹੁੰਦੀ। ਪਰ ਉਸ ਦਿਨ ਯਿਸੂ ਨੇ ਪੌਣ ਨੂੰ ਰੁਕਣ ਲਈ ਕਿਹਾ ਅਤੇ ਇਹ ਰੁਕ ਗਈ, ਅਤੇ ਉਸ ਨੇ ਲਹਿਰਾਂ ਨੂੰ ਵੀ ਰੁਕਣ ਲਈ ਕਿਹਾ ਤੇ ਉਹ ਉਸੇ ਵੇਲੇ ਰੁਕ ਗਈਆਂ। ਪਿਆਰੇ ਦਰਸ਼ਕੋ, ਤੁਸੀਂ ਵੇਖ ਰਹੇ ਸੀ ਆਪਣਾ ਮਨਪਸੰਦ ਪ੍ਰੋਗਰਾਮ ਦਿਸ਼ਾ ਪਰਿਵਰਤਨ। ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹਿਣ ਦੇ ਲਈ ਤੁਹਾਡਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਦੋਸਤੋ, ਅਸੀਂ ਆਪਣੇ ਅੱਜ ਦੇ ਵਿਸ਼ੇ ਪ੍ਰਭੂ ਯਿਸੂ ਅਤੇ ਜੀਵਨ ਦੇ ਤੂਫਾਨਾਂ ਬਾਰੇ ਚਰਚਾ ਕਰ ਰਹੇ ਸੀ। ਇਸ ਦੇ ਲਈ ਅਸੀਂ ਮਰਕੁਸ ਦੀ ਅੰਜੀਲ ਦੇ 4 ਅਧਿਆਇ ਦੀ 35 ਆਇਤ ਤੋਂ ਲੈ ਕੇ 41 ਆਇਤ ਤੱਕ ਦੇ ਵਚਨਾਂ ਉੱਤੇ ਗੌਰ ਕਰ ਰਹੇ ਸੀ। ਦੋਸਤੋ, ਹੁਣ ਤੱਕ ਅਸੀਂ ਜਿੰਨਾ ਵੀ ਅਧਿਐਨ ਕੀਤਾ, ਉਸ ਦੇ ਵਿੱਚ ਅਸੀਂ ਪ੍ਰਭੂ ਯਿਸੂ ਜੀ ਦੀ ਜ਼ਿੰਦਗੀ ਦੇ ਬਾਰੇ ਗੱਲਾਂ ਕਰਦੇ ਆ ਰਹੇ ਹਾਂ। ਉਹ ਸਾਡੇ ਨਾਲ ਹਰ ਹਾਲਾਤ ਵਿੱਚ ਗੱਲ ਕਰਦੇ ਹਨ। ਉਹ ਸਾਨੂੰ ਬਹਾਦਰ ਬਣਨ ਨੂੰ ਕਹਿੰਦੇ ਹਨ। ਉਹ ਸਾਡੇ ਨਾਲ ਦਲੇਰ ਬਣਨ ਅਤੇ ਪਿਆਰ ਬਾਰੇ ਗੱਲ ਕਰਦੇ ਹਨ। ਪ੍ਰਭੂ ਯਿਸੂ ਜੀ ਸਾਡੇ ਨਾਲ ਉਹਨਾਂ ਮੁਸ਼ਕਲਾਂ ਬਾਰੇ ਵੀ ਗੱਲ ਕਰਨਾ ਨਹੀਂ ਭੁੱਲਦੇ, ਜਿਨ੍ਹਾਂ ਤੋਂ ਸਾਨੂੰ ਉਹ ਜਾਣੂ ਕਰਵਾਉਣਾ ਚਾਹੁੰਦੇ ਆ, ਜਾਂ ਫਿਰ ਜਿਨ੍ਹਾਂ ਨੂੰ ਸਾਨੂੰ ਜਾਣਨ ਦੀ ਲੋੜ ਹੈ। ਪ੍ਰਭੂ ਯਿਸੂ ਜੀ ਆਪਣੇ ਵਚਨ ਅਤੇ ਕੰਮਾਂ ਦੇ ਰਾਹੀਂ ਸਾਨੂੰ ਇਹ ਸਿਖਾਉਂਦੇ ਹਨ ਕਿ ਮੁਸੀਬਤਾਂ ਦਾ ਸਾਹਮਣਾ ਕਰਨ ਦੇ ਲਈ ਸਾਨੂੰ ਕੀ ਜਾਣਨ ਦੀ ਲੋੜ ਹੈ। ਤੂਫਾਨਾਂ ਦੇ ਬਾਰੇ ਜੋ ਪਹਿਲੀ ਗੱਲ ਅਸੀਂ ਸਿੱਖੀ, ਉਹ ਹੈ ਸਾਡੀ ਜ਼ਿੰਦਗੀਆਂ ਦੇ ਵਿੱਚ ਤੂਫਾਨਾਂ ਦੀਆਂ ਸੰਭਾਵਨਾਵਾਂ। ਅਸੀਂ ਜਾਣਿਆ ਕਿ ਵਿਸ਼ਵਾਸੀਆਂ ਨੂੰ ਕਦੇ ਵੀ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਕਿ ਜੇਕਰ ਉਹ ਪ੍ਰਭੂ ਦੇ ਪਿੱਛੇ ਚੱਲਦੇ ਆ ਤਾਂ ਤੂਫਾਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਨਹੀਂ ਆ ਸਕਦੇ। ਮਸੀਹਾਂ ਨੂੰ ਵੀ ਆਪਣੇ ਜੀਵਨ ਦੇ ਵਿੱਚ ਮੁਸੀਬਤਾਂ ਰੂਪੀ ਤੂਫਾਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੂਜੀ ਗੱਲ ਜੋ ਅਸੀਂ ਸਿੱਖੀ, ਉਹ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਤੂਫਾਨਾਂ ਦਾ ਵਿਰੋਧਾਭਾਸ ਦੇ ਬਾਰੇ ਸੀ। ਬਾਈਬਲ ਬਾਣੀ ਦੇ ਵਿੱਚ ਪੌਲੁਸ ਤਿਮੋਥੀਅਸ ਨੂੰ ਕਹਿੰਦਾ ਹੈ
ਕਿ ਸਭੇ ਜਿਹੜੇ ਭਗਤੀ ਦੇ ਨਾਲ ਉਮਰ ਕੱਟਣਾ ਚਾਹੁੰਦੇ ਹਨ ਉਹ ਸਤਾਏ ਜਾਣਗੇ, ਭਾਵ ਉਹਨਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਏਗਾ। ਇਹਨਾਂ ਗੱਲਾਂ ਤੋਂ ਸਾਨੂੰ ਹੈਰਾਨ ਹੋਣ ਦੀ ਲੋੜ ਨਹੀਂ ਹੈ। ਅਸੀਂ ਇਹ ਵੀ ਜਾਣਿਆ ਕਿ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਤੂਫਾਨਾਂ ਦੀ ਮੌਜੂਦਗੀ ਹੈ। ਦੋਸਤੋ, ਅਸੀਂ ਜਾਣਿਆ ਕਿ ਇਹਨਾਂ ਤੂਫਾਨਾਂ ਤੋਂ ਬਚਾਓ ਇਹਨਾਂ ਦੀ ਗੈਰ ਮੌਜੂਦਗੀ ਨਹੀਂ ਹੈ, ਪਰ ਬਚਾਓ ਪ੍ਰਭੂ ਯਿਸੂ ਜੀ ਦੀ ਹਜ਼ੂਰੀ ਹੈ। ਇਸ ਲਈ ਸਾਨੂੰ ਇਸ ਗੱਲ ਦੇ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਜੇਕਰ ਪ੍ਰਭੂ ਯਿਸੂ ਜੀ ਮੇਰੇ ਨਾਲ ਹੈ ਤਾਂ ਮੇਰਾ ਕੋਈ ਨੁਕਸਾਨ ਨਹੀਂ ਹੋਏਗਾ। ਕਿਉਂਕਿ ਦੋਸਤੋ, ਬਾਈਬਲ ਬਾਣੀ ਦੱਸਦੀ ਹੈ ਕਿ ਪ੍ਰਭੂ ਪਰਮੇਸ਼ਵਰ ਕਹਿੰਦੇ ਹਨ ਕਿ ਜਿੱਥੇ ਜਿੱਥੇ ਤੂੰ ਜਾਵੇਂਗਾ ਤੇਰਾ ਪਰਮੇਸ਼ਵਰ ਤੇਰੇ ਨਾਲ ਨਾਲ ਹੋਏਗਾ। ਉਹ ਤੇਰੇ ਪੈਰ ਨੂੰ ਸ਼ਿਕਾਰੀ ਦੇ ਜਾਲ ਵਿੱਚ ਫਸਣ ਨਹੀਂ ਦੇਗਾ, ਨਾ ਅੱਗ ਤੈਨੂੰ ਸਾੜੇਗੀ ਅਤੇ ਨਾ ਹੀ ਪਾਣੀ ਤੈਨੂੰ ਡੁਬੋ ਸਕੇਗਾ। ਉਹ ਦੁਸ਼ਮਣ ਦੇ ਕਿਸੇ ਵੀ ਹਥਿਆਰ ਨੂੰ ਤੇਰੇ ਉੱਤੇ ਚੱਲਣ ਨਹੀਂ ਦੇਗਾ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਅਧਿਐਨ ਪਸੰਦ ਆਇਆ ਹੋਵੇਗਾ। ਹੁਣ ਸਾਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮੁਲਾਕਾਤ ਕਰਾਂਗੇ ਅਤੇ ਇਸ ਅਧਿਐਨ ਦੇ ਬਾਕੀ ਦੇ ਹਿੱਸੇ ਨੂੰ ਜਾਰੀ ਰੱਖਾਂਗੇ। ਆਓ ਪ੍ਰਾਰਥਨਾ ਕਰੀਏ। ਸਾਡੇ ਦਿਆਲੂ ਅਤੇ ਕਿਰਪਾਲੂ ਪਰਮੇਸ਼ਰ, ਪ੍ਰਭੂ ਯਿਸੂ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਕਿ ਤੁਸੀਂ ਅੱਜ ਦੇ ਵਚਨ ਦੇ ਦੁਆਰਾ ਸਾਨੂੰ ਤੂਫਾਨਾਂ ਬਾਰੇ ਸਿੱਖਿਆ ਦਿੱਤੀ। ਅਸੀਂ ਅੱਜ ਦੇ ਵਚਨਾਂ ਵਿੱਚ ਸਿੱਖਿਆ ਕਿ ਤੂਫਾਨ ਆਣੇ ਸੁਭਾਵਿਕ ਹਨ ਔਰ ਉਹ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੇ ਹੀ ਹਨ। ਲੇਕਿਨ ਪ੍ਰਭੂ ਜੀ, ਅਸੀਂ ਇਸ ਗੱਲ ਨੂੰ ਵੀ ਸਿੱਖਿਆ ਕਿ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਆ, ਤੂਫਾਨ ਉਹਨਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੇ। ਹਾਂ, ਸ਼ੈਤਾਨ ਪ੍ਰਭੂ ਉਹਨਾਂ ਦੇ ਉੱਤੇ ਤੂਫਾਨ ਲੈ ਕੇ ਆਉਂਦਾ ਔਰ ਸਾਨੂੰ ਤੂਫਾਨਾਂ ਦਾ ਸਾਹਮਣਾ ਕਰਨਾ ਪਏਗਾ। ਪਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਪ੍ਰਭੂ ਉਹਨਾਂ ਤੂਫਾਨਾਂ ਦੇ ਵਿੱਚ ਤੁਸੀਂ ਸਾਡੇ ਨਾਲ ਹੋ। ਇਸ ਕਰਕੇ ਪ੍ਰਭੂ ਜੀ, ਤੁਸੀਂ ਹਮੇਸ਼ਾ ਸਾਨੂੰ ਬਚਾ ਕੇ ਰੱਖ ਸਕਦੇ ਹੋ। ਧੰਨਵਾਦ ਦਿੰਦੇ ਹਾਂ ਇਸ ਅੱਛੇ ਵਚਨ ਵਾਸਤੇ। ਯਿਸੂ ਨਾਸਰੀ ਜੀ ਦੇ ਨਾਮ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।